सोशल मीडिया ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਦੀਪ ਸਿੱਧੂ ਨੂੰ ਮਿਲ ਕੇ ਆਇਆ ਨੌਜਵਾਨ ਉਹਨੇ ਸਾਰੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਰੱਖੀਆਂ ਨੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜਦੋਂ ਉਸ ਬੰਦੇ ਨੇ ਉੱਥੇ ਕੁਝ ਗਲਤ ਕੀਤਾ ਹੀ ਨਹੀਂ ਤੇ ਦੀਪ ਸਿੱਧੂ ਵੀ ਬਿਨਾਂ ਸ਼ਰਤ ਰਿਹਾ ਹੋਣਾ ਚਾਹੀਦਾ। ਸਾਰੇ ਨੌਜਵਾਨ ਬਿਨਾਂ ਸ਼ਰਤ ਰਿਹਾ ਕੀਤੇ ਜਾਣੇ ਚਾਹੀਦੇ ਨੇ ਸਰਕਾਰ ਵੱਲੋਂ। ਮੈਂ ਬੇਨਤੀ ਕਰਦਾ ਕਿਸਾਨ ਆਗੂਆਂ ਨੂੰ ਕਿ ਲੱਖੇ ਸਿਧਾਣੇ ਨੂੰ ਤੁਸੀਂ ਸਟੇਜ ਤੇ ਬਿਠਾ ਕੇ ਉੱਥੋਂ ਚੈਲੰਜ ਕਰੋ ਵੀ ਆ ਜਾਓ, ਜੇ ਦਮ ਹੈ ਦਿੱਲੀ ਪੁਲਿਸ ਵਾਲਿਓ ਇਹਨੂੰ ਫੜ ਕੇ ਦਿਖਾਓ, ਕਿਉਂਕਿ ਅਸੀਂ ਸਾਰੇ ਇਕਮੁੱਠਤਾ ਦਾ ਚੰਗਾ ਜਿਹੜਾ ਸੁਨੇਹਾ ਉਹ ਜਾਣਾ ਚਾਹੀਦਾ। ਬੰਦੀ ਸਿੰਘ ਜਿਹੜੇ ਪਹਿਲਾਂ ਨੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ, ਪਰ ਉਹਨਾਂ ਨੂੰ ਰਿਹਾ ਕਰਨ ਦੀ ਥਾਂ ਤੇ ਮੋਦੀ ਇਹ ਬਹਾਨੇ ਨਾਲ ਦੁਬਾਰਾ ਫਿਰ ਜਿਹੜਾ ਹੈਗਾ ਬੰਦਿਆਂ ਨੂੰ ਸਾਡਿਆਂ ਨੂੰ ਜ਼ਬਰਦਸਤੀ ਸੁੱਟ ਰਿਹਾ, ਝੂਠੇ ਪਰਚੇ ਪਾ ਰਿਹਾ। ਤੇ ਇਸ ਟਾਈਮ ਹਰਜਿੰਦਰ ਸਿੰਘ ਜੀ ਮਾਝੀ ਸਾਡੇ ਨਾਲ ਨੇ, ਕੌਮ ਦੇ ਪ੍ਰਚਾਰਕ ਨੇ। ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਵੇਂ ਦੇਖਦੇ ਹੋ ਵੀਰ ਜੀ ਇਸ ਕਾਫਲੇ ਨੂੰ? ਦਿੱਲੀ ਵੱਲ ਰਵਾਨਾ ਹੋ ਰਹੇ ਨੇ ਨੌਜਵਾਨ। ਬਿਲਕੁਲ ਜੀ, ਇਹ ਦੇਖੋ ਜਿਹੜਾ ਇੱਕ ਯਤਨ ਕੀਤਾ ਗਿਆ ਸਾਡੀਆਂ ਦੋ ਵੱਡੀਆਂ ਤਾਕਤਾਂ ਬਜ਼ੁਰਗਾਂ ਤੇ ਨੌਜਵਾਨਾਂ ਵਿੱਚ ਪਾੜਾ ਪਾਉਣ ਦਾ, ਸਾਡੀਆਂ ਵੀ ਕਿਤੇ ਨਾ ਕਿਤੇ ਗਲਤੀਆਂ ਰਹੀਆਂ, ਦੋਨਾਂ ਧਿਰਾਂ ਦੀਆਂ ਰਹੀਆਂ ਹੋਣਗੀਆਂ, ਪਰ ਇੱਕ ਉਹ ਸ਼ਖਸੀਅਤ ਬਾਪੂ ਹਰਦੀਪ ਸਿੰਘ ਡਿਵਡਵਾ ਜਿਹਦਾ 25 ਸਾਲ ਦਾ ਨੌਜਵਾਨ ਪੋਤਾ ਇਸ ਅੰਦੋਲਨ ਦੇ ਵਿੱਚ ਸ਼ਹੀਦ ਹੋਇਆ। ਉਹ ਕੋਈ ਦੇਖੋ ਆਮ ਬੰਦਾ, ਤੁਸੀਂ ਵੀ ਮੀਡੀਆ ਦੇ ਵਿੱਚ ਕਾਫੀ ਗਰਾਊਂਡ ਤੇ ਕੰਮ ਕੀਤਾ, ਤੁਸੀਂ ਜਾਂ ਮੈਂ ਇਹ ਉਹਨਾਂ ਨੂੰ ਕਹੀਏ ਦੋਨਾਂ ਧਿਰਾਂ ਨੂੰ ਵੀ ਇਕੱਠੇ ਹੋ ਜਾਓ, ਉਹਦਾ ਅਸਰ ਓਨਾ ਨਹੀਂ ਪੈਂਦਾ। ਇੱਕ ਉਹ ਸ਼ਖਸੀਅਤ ਬਜ਼ੁਰਗ ਹੈ। ਮੈਂ ਕਹਿੰਦਾ ਵੈਸੇ ਸਾਨੂੰ ਇੱਕ ਗੱਲੋਂ ਸ਼ਰਮ ਵੀ ਹੋਣੀ ਚਾਹੀਦੀ ਹੈ ਕਿ ਇਹੋ ਜਿਹੇ ਸਤਿਕਾਰਯੋਗ ਬਜ਼ੁਰਗਾਂ ਨੂੰ ਮਾਰਚ ਰੱਖਣੇ ਪੈ ਰਹੇ ਆ, ਪਰ ਫਿਰ ਵੀ ਜਿੱਡੇ ਵੱਡੇ ਪੱਧਰ ਤੇ ਨੌਜਵਾਨਾਂ ਨੇ ਹੁੰਗਾਰਾ ਦਿੱਤਾ ਹੈ ਔਰ ਸਾਨੂੰ ਸੰਯੁਕਤ ਮੋਰਚੇ ਦੇ ਸੀਨੀਅਰ ਲੀਡਰਸ਼ਿਪ ਦੇ ਵਿੱਚੋਂ ਵੀ ਮੈਸੇਜ ਮਿਲ ਚੁੱਕੇ ਨੇ ਕਿ ਉਹ ਵੀ ਸ਼ੰਭੂ ਦੇ ਉੱਤੇ ਜੁਆਇਨ ਕਰਨਗੇ ਬਹੁਤ ਵੱਡੇ ਪੱਧਰ ਤੇ। ਇਹ ਕਿਸਾਨ ਨੌਜਵਾਨ ਇਕਜੁੱਟਤਾ ਮਾਰਚ ਜਿਹੜਾ ਹੈਗਾ 100% ਸਫਲ ਹੋਊਗਾ ਤੇ ਇਸ ਮਾਰਚ ਦੇ ਜਦੋਂ ਸਮਾਪਤੀ ਹੋਣੀ ਹੈ ਸਿੰਘੂ ਬਾਰਡਰ ਤੇ, ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਸਾਰੇ ਸਮਝ ਆਊਗੀ ਗੱਲ ਦੀ ਤੇ ਅਸੀਂ ਇਕਮੁੱਠ ਹੋ ਕੇ ਜਿਹੜਾ ਫੋਕਸ ਹੈ ਮੋਦੀ ਕਹਿੰਦੇ ਕਰਾਂਗੇ ਤੇ ਕਾਲੇ ਕਾਨੂੰਨ ਜਿਹੜੇ ਰੱਦ ਹੋਣਗੇ ਜੀ। ਪਹਿਲੇ ਦਿਨ ਤੋਂ ਤੁਸੀਂ ਗਰਾਊਂਡ ਜ਼ੀਰੋ ਦੀਆਂ ਰਿਪੋਰਟਾਂ ਦੇ ਨਾਲ ਜੁੜੇ ਹੋਏ ਹੋ। ਜੇ ਆਪਾਂ ਫੀਲਡ ਦੀ ਗੱਲ ਕਰੀਏ, ਪਹਿਲੇ ਦਿਨ ਤੋਂ ਤੁਸੀਂ ਜੁੜੇ ਹੋਏ, ਨੌਜਵਾਨਾਂ ਦੇ ਨਾਲ ਤੁਹਾਡਾ ਪਹਿਲੇ ਦਿਨ ਤੋਂ ਬੜਾ ਪ੍ਰੇਮ ਰਿਹਾ ਹੈ। ਕੀ ਰਿਪੋਰਟਾਂ ਨੇ ਨੌਜਵਾਨਾਂ ਦੇ ਵਿੱਚ ਕਿੰਨਾ ਕੁ ਉਤਸ਼ਾਹ ਹੈ? ਦੇਖੋ ਜੀ, ਨੌਜਵਾਨਾਂ ਵਿੱਚ ਕਿਤੇ ਨਾ ਕਿਤੇ ਨਿਰਾਸ਼ਤਾ ਸੀਗੀ ਜਿਸ ਕਿਸਮ ਦੀਆਂ ਗੱਲਾਂ ਬੋਲੀਆਂ ਗਈਆਂ ਸਟੇਜ ਤੋਂ, ਪਰ ਹੁਣ ਕਾਫੀ ਅਸੀਂ ਸੰਭਲੇ ਆ। ਨੌਜਵਾਨ ਵੀ ਇਸ ਗੱਲ ਨੂੰ ਸਮਝ ਚੁੱਕੇ ਆ, ਕਿਉਂਕਿ ਜਿਹੜਾ ਅਸੀਂ ਸ਼ਬਦ ਵਾਰ-ਵਾਰ ਮੀਡੀਆ ਦੇ ਵਿੱਚੋਂ, ਮੀਡੀਆ ਦਾ ਜਿਹੜਾ ਸਾਡਾ ਸੁਚੇਤ ਵਰਗ ਹੈ ਵਰਤ ਰਿਹਾ ਕਿ ਹੋਂਦ ਦੀ ਲੜਾਈ, ਇਹ ਕੋਈ ਫਾਰਮੈਲਿਟੀ ਨਹੀਂ ਹੈ, ਇਹ ਸੱਚੀ ਮੁੱਚੀ ਹੋਂਦ ਦੀ ਲੜਾਈ ਹੈ, ਤਾਂ ਸਾਨੂੰ ਸਾਰੀਆਂ ਗੱਲਾਂ ਭੁੱਲ ਭੁਲਾ ਕੇ ਅੱਗੇ ਵਧਣਾ ਪਊਗਾ। ਇਸ ਲਈ ਮਤਲਬ ਇਹ ਜਿਹੜਾ ਹੈਗਾ ਇਕਜੁੱਟਤਾ ਮਾਰਚ ਦੇ ਵਿੱਚ ਆਪ ਮੁਹਾਰੇ ਨੌਜਵਾਨ ਬਹੁਤ ਵੱਡੀ ਗਿਣਤੀ ਵਿੱਚ, ਜਦੋਂ ਆਪਾਂ ਉੱਥੇ ਪਹੁੰਚਣਾ ਤਾਂ ਬੇਹਿਸਾਬੀ ਹਜ਼ਾਰਾਂ ਦੀ ਗਿਣਤੀ ਵਿੱਚ ਇਹ ਕਾਫਲਾ ਜਿਹੜਾ ਜਾਣਾ ਤੇ ਅਸੀਂ ਇਹਦੇ ਵਿੱਚ ਸਫਲ ਹੋਵਾਂਗੇ। ਤੇ ਜਿਹੜੀਆਂ ਸ਼ਰਾਰਤੀ ਅਨਸਰ ਨੇ ਜਿਹੜੇ ਮਤਲਬ ਚਾਹੁੰਦੇ ਆ ਕਿ ਫੁੱਟ ਪਾਈ ਜਾਵੇ, ਕਿਵੇਂ ਨਾ ਕਿਵੇਂ ਨੁਕਸਾਨ ਹੋਵੇ ਇਸ ਸੰਘਰਸ਼ ਦਾ, ਉਹਨਾਂ ਨੂੰ ਮੂੰਹ ਦੀ ਖਾਣੀ ਪਊਗੀ ਜੀ। ਇੰਜ ਨਹੀਂ ਲੱਗਦਾ ਵੀ ਸੋਸ਼ਲ ਮੀਡੀਆ ਦੇ ਉੱਪਰ ਹੁਣ ਸਾਨੂੰ ਇਹ ਰੌਲਾ ਬੰਦ ਕਰ ਦੇਣਾ ਚਾਹੀਦਾ ਹੈ? ਕਿਉਂਕਿ ਕਿੰਨਾ ਸਮਾਂ ਹੋ ਗਿਆ, 2 ਮਹੀਨੇ ਦਾ ਸਮਾਂ ਹੋ ਗਿਆ ਹੈ, ਉਹੀ ਇੱਕ ਦੂਜੇ ਨਾਲ ਖਿੱਚ ਤੁਹਾਨੂੰ ਕੀਤੀ ਜਾ ਰਹੀ ਹੈ। ਬਿਲਕੁਲ ਜੀ, ਮੈਂ ਤੁਹਾਡੀ ਗੱਲ ਨਾਲ 100% ਸਹਿਮਤ ਹਾਂ ਤੇ ਮੈਂ ਬੇਨਤੀ ਵੀ ਕਰਦਾ ਸੁਖਰਾਵ ਟੀਵੀ ਦੇ ਰਾਹੀਂ ਸਾਰੇ ਭੈਣ ਭਰਾਵਾਂ ਨੂੰ, ਵੀਰ ਬਜ਼ੁਰਗਾਂ ਨੂੰ, ਵੀਰੋ ਦੇਖੋ ਜਾਣੇ ਅਣਜਾਣੇ ਦੇ ਵਿੱਚ ਜੇ ਆਪਾਂ ਹੁਣ ਮੋਦੀ ਕਿਆਂ ਨੂੰ ਟਾਰਗੇਟ ਕਰਨ ਦੀ ਥਾਂ ਤੇ, ਕਾਲੇ ਕਾਨੂੰਨਾਂ ਵਿਰੁੱਧ ਪ੍ਰਚਾਰ ਕਰਨ ਦੀ ਥਾਂ ਤੇ ਸੋਸ਼ਲ ਮੀਡੀਆ ਤੇ ਇੱਕ ਦੂਜੇ ਦੇ ਖਿਲਾਫ ਭੁਗਤਦੇ ਆ, ਭਾਵੇਂ ਠੀਕ ਹੈ ਗਲਤੀਆਂ ਹੋਈਆਂ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਜਿਸ ਤਰ੍ਹਾਂ ਦੀ ਸ਼ਬਦਾਵਲੀ ਉੱਥੇ ਬੋਲੀ ਗਈ ਉਹਨੂੰ ਸਾਰੇ ਗਲਤੀ ਕਹਿ ਰਹੇ ਨੇ, ਪਰ ਮੈਂ ਕਹਿੰਦਾ ਵੀ ਹੁਣ ਅੱਜ ਵੇਖਣਾ ਇਹ ਪਊਗਾ ਕਿ ਸਮੇਂ ਦੀ ਲੋੜ ਕੀ ਹੈ। ਸਮੇਂ ਦੀ ਲੋੜ ਹੈ ਸਾਨੂੰ ਇਕਮੁੱਠ ਹੋਣਾ, ਤੇ ਸਾਨੂੰ ਇਕਮੁੱਠ ਕਰਨ ਲਈ ਸਭ ਤੋਂ ਵੱਧ ਉਹ ਬਜ਼ੁਰਗ ਬਾਪੂ ਵੱਲ ਵੇਖੋ ਨਾ। ਮਤਲਬ ਆਪਾਂ ਆਪਣੇ ਦੇ ਲਾ ਕੇ ਵੇਖੀਏ, ਘਰ ਚੋਂ ਇੱਕ ਨੌਜਵਾਨ ਪੁੱਤ ਦੀ ਅਰਥੀ ਉੱਠ ਜਾਏ ਤੇ ਸਾਰਾ ਪਰਿਵਾਰ ਡਿਸਟਰਬ ਹੋ ਜਾਂਦਾ ਹੈ, ਕੁਛ ਰਹਿੰਦਾ ਨਹੀਂ ਬੰਦੇ ਦਾ ਜਿਉਣ ਜੋਗਾ। ਜਦੋਂ ਸਭ ਤੋਂ ਵੱਡਾ ਸਿਆਣਿਆਂ ਨੇ ਬੋਝ ਹੀ ਅਰਥੀ ਦਾ ਮੰਨਿਆ, ਤਾਂ ਇਹਦੇ ਬਾਵਜੂਦ ਵੀ ਉਹ ਬਜ਼ੁਰਗ ਬਾਪੂ ਹਰਦੀਪ ਸਿੰਘ ਡਿਵਡਵਾ ਸਾਰੀਆਂ ਗੱਲਾਂ ਭੁੱਲ ਭੁਲਾ ਕੇ ਉਹ ਕਹਿੰਦੇ ਨੇ ਵੀ ਨਹੀਂ, ਮੇਰੇ ਪੋਤੇ ਦੀ ਜਿਹੜੀ ਸ਼ਹਾਦਤ ਹੋਈ ਹੈ ਉਹ ਜਾਈ ਨਹੀਂ ਜਾਣੀ ਚਾਹੀਦੀ। ਜਿਸ ਮਕਸਦ ਲਈ ਸਾਡੀਆਂ ਜਾਨਾਂ ਗਈਆਂ ਕਿਸਾਨਾਂ ਦੀਆਂ, ਉਹ ਮਕਸਦ ਪੂਰਾ ਕਰਨ ਲਈ ਸਾਰਿਆਂ ਨੂੰ ਤਤਪਰ ਰਹਿਣਾ ਚਾਹੀਦਾ। ਤੇ ਸਾਡੇ ਸਤਿਕਾਰਯੋਗ ਕਿਸਾਨ ਆਗੂਆਂ ਨੂੰ ਮੈਂ ਬੇਨਤੀ ਕਰਦਾ ਕਿ ਆਪਣੇ ਕਲਾਵੇ ਖੁੱਲੇ ਕਰੋ, ਤੇ ਨੌਜਵਾਨ ਭਰਾਵਾਂ ਨੂੰ ਵੀ ਕਹਿਣਾ ਕੋਈ ਗੱਲ ਨਹੀਂ, ਜੇ ਬੁਰਾ ਭਲਾ ਕਹਿ ਵੀ ਲਿਆ
ਆਪਾਂ ਬਾਅਦ 'ਚ ਤੁਸੀਂ ਭਾਵੇਂ ਨਿਬੇੜ ਲਿਓ, ਗੱਲਾਂ ਕਰ ਲਿਓ। ਕੁਝ ਕੁ ਨੇ ਲੀਡਰਸ਼ਿਪ ਵੀ ਸਾਰੀ ਨਹੀਂ, ਥੋੜੀ ਲੀਡਰਸ਼ਿਪ ਹੈ ਜਿਹੜੀ ਇਸ ਤਰ੍ਹਾਂ, ਕੁਝ ਕੁ ਬੰਦੇ ਨੇ ਉਹ ਜਿਹੜੇ ਆਵਾ ਤਵਾ ਬੋਲਦੇ ਆ, ਪਰ ਉਹਨਾਂ ਨੂੰ ਸਮਝ ਆ ਜੂਗੀ, ਹੁਣ ਅਕਲ ਆ ਜੂਗੀ ਮੈਨੂੰ ਲੱਗਦਾ ਅੱਜ ਦੇ ਮਾਰਚ ਤੋਂ ਬਾਅਦ। ਬਾਪੂ ਮਹਾਰਾਜ ਨੇ ਕਿਹਾ ਸੀ ਖਟਕਲ ਕਲਾਂ ਰੈਲੀ ਦੇ ਵਿੱਚ ਲੱਖਾ ਸਟੇਜ ਤੇ ਬੋਲੇਗਾ, ਪਰ ਨਾਲ ਹੀ ਉਹਨਾਂ ਨੇ ਸਟੇਜ ਤੇ ਖੜ ਕੇ ਗੱਲ ਕਿਹਾ ਵੀ ਇੱਥੇ ਸਾਨੂੰ ਬੋਲਣਾ ਜਿਹੜਾ ਨਹੀਂ ਸੀ ਚਾਹੀਦਾ, ਇੱਕ ਵੱਖਰੀ ਹੋਰ ਸਟੇਜ ਲੱਗੇਗੀ, ਵੱਖਰੀ ਅਸੀਂ ਰੈਲੀ ਰੱਖਾਂਗੇ। ਕੱਲ ਦਾ ਉਹਨਾਂ ਨੇ ਪ੍ਰੋਗਰਾਮ ਦਿੱਤਾ ਹੈ ਵੀ ਉੱਥੇ ਜ਼ਰੂਰ ਆ ਕੇ ਲੱਖਾ ਬੋਲੂਗਾ। ਉਹ ਜਿਵੇਂ ਵੀ ਉਹਨਾਂ ਦਾ ਪ੍ਰੋਗਰਾਮ ਦਿੱਤਾ ਹੋਇਆ ਉਹਨਾਂ ਨੇ ਸੋਚ ਸਮਝ ਕੇ ਦਿੱਤਾ ਹੋਊਗਾ। ਸੋ ਮੈਂ ਇਹ ਜ਼ਰੂਰ ਕਹਿਣਾ ਵੀ ਦੇਖੋ, ਜਿਵੇਂ ਸਾਡੇ ਸਤਿਕਾਰਯੋਗ ਕਿਸਾਨ ਆਗੂ ਨੇ, ਜਾਂ ਲੱਖਾ ਸਧਾਣਾ ਸਾਡਾ ਵੀਰ ਹੈ, ਜਾਂ ਦੀਪ ਸਿੱਧੂ ਵੀ ਹੈ, ਕੋਈ ਵੀ ਹੈ, ਦੇਖੋ ਉਹਨਾਂ ਦੇ ਸਾਨੂੰ ਹੱਕ 'ਚ ਖੜਨਾ ਚਾਹੀਦਾ। ਸਾਨੂੰ ਇਹ ਸਟੇਜ ਦੇ ਉੱਤੋਂ ਅਨਾਉਂਸ ਕਰਨਾ ਚਾਹੀਦਾ, ਮੇਨ ਸਟੇਜ ਜਿਹੜੀ ਹੈਗੀ ਹੈ ਸਿੰਘੂ ਵਾਲੀ, ਕਿ ਜਿਵੇਂ ਸਾਡੇ ਸਤਿਕਾਰਯੋਗ ਕਿਸਾਨ ਲੀਡਰਾਂ ਲਈ ਕਿਹਾ ਜਾਂਦਾ ਵੀ ਤੁਸੀਂ ਇੱਥੇ ਬੈਠਾ ਇਹਨੂੰ ਫੜ ਕੇ ਦਿਖਾਓ। ਮੈਂ ਬੇਨਤੀ ਕਰਦਾ ਕਿਸਾਨ ਆਗੂਆਂ ਨੂੰ ਕਿ ਲੱਖੇ ਸਧਾਣੇ ਨੂੰ ਤੁਸੀਂ ਸਟੇਜ ਤੇ ਬਿਠਾ ਕੇ ਉੱਥੋਂ ਚੈਲੰਜ ਕਰੋ ਵੀ ਆ ਜਾਓ, ਜੇ ਦਮ ਹੈ ਦਿੱਲੀ ਪੁਲਿਸ ਵਾਲਿਓ ਇਹਨੂੰ ਫੜ ਕੇ ਦਿਖਾਓ, ਕਿਉਂਕਿ ਅਸੀਂ ਸਾਰੇ ਇਕਮੁੱਠਤਾ ਦਾ ਚੰਗਾ ਜਿਹੜਾ ਸੁਨੇਹਾ ਉਹ ਜਾਣਾ ਚਾਹੀਦਾ। ਨਾਲ ਮੈਂ ਇਹ ਵੀ ਬੇਨਤੀ ਕਰਦਾ, ਜਿਹੜਾ ਵੀਰ ਜੁਗਰਾਜ ਸਿੰਘ ਹੈ, ਜਿਹਦੇ ਬਾਰੇ ਕੁਝ ਪਤਾ ਹੀ ਨਹੀਂ ਲੱਗ ਰਿਹਾ, ਪਰਿਵਾਰ ਵੀ ਬਹੁਤ ਟੈਨਸ਼ਨ ਦੇ ਵਿੱਚ ਹੈ, ਉਹ ਕੇਸਰੀ ਜਿਹੜਾ ਨਿਸ਼ਾਨ ਸਾਹਿਬ ਜਾਂ ਝੰਡਾ ਜੋ ਵੀ ਲਫ਼ਜ਼ ਵਰਤਿਆ ਜਾ ਰਿਹਾ ਉਸ ਬੰਦੇ ਨੇ ਲਹਿਰਾਇਆ, ਉਹ ਗਲਤ ਕੀਤਾ, ਠੀਕ ਕੀਤਾ, ਇਹ ਤੇ ਤਾਂ ਡਿਸਕਸ ਬਹੁਤ ਹੋ ਗਈ। ਪਰ ਇਹ ਤਾਂ ਮੈਨੂੰ ਲੱਗ ਰਿਹਾ ਵੀ ਜੁਗਰਾਜ ਸਿੰਘ ਕੋਈ ਯਾਰ ਏਜੰਸੀਆਂ ਦਾ ਬੰਦਾ ਤਾਂ ਹੈ ਨਹੀਂ, ਉਹ ਤਾਂ ਜਜ਼ਬਾਤੀ ਹੋਏ, ਭਾਵਕ ਹੋਏ ਨੌਜਵਾਨ ਇਸ ਤਰ੍ਹਾਂ ਦੇ ਕਦਮ ਉਠਾ ਲੈਂਦੇ ਹੁੰਦੇ ਨੇ। ਤਾਂ ਮਤਲਬ ਉਹਨੇ ਕੋਈ, ਇਹ ਤਾਂ ਨਹੀਂ ਵੀ ਉਹਨੇ ਕੋਈ ਕਤਲ ਕੀਤਾ ਜਾਂ ਕੁਝ ਗੁਨਾਹ ਕੀਤਾ, ਨਾ ਉਹਨੇ ਤਿਰੰਗੇ ਦਾ ਨੁਕਸਾਨ ਕੀਤਾ। ਸੋ ਮੈਨੂੰ ਤਾਂ ਲੱਗਦਾ ਕਿ ਉਹ ਜੁਗਰਾਜ ਸਿੰਘ ਦੀ ਵੀ ਪੈਰਵਾਈ ਜਿਹੜੀ ਸੋਹਣੇ ਢੰਗ ਨਾਲ ਸਾਡੇ ਕਿਸਾਨ ਆਗੂਆਂ ਨੂੰ ਕਰਨੀ ਚਾਹੀਦੀ ਹੈ ਤੇ ਸਾਡੀਆਂ ਜਥੇਬੰਦੀਆਂ ਨੂੰ ਕਰਨੀ ਚਾਹੀਦੀ ਹੈ, ਕਿਉਂਕਿ ਆਪਣਿਆਂ ਦੇ ਲਈ ਸਾਨੂੰ ਖੜਨਾ ਹੀ ਪਊਗਾ। ਜਜ਼ਬਾਤੀ ਹੋਏ ਉਧਰ ਚਲੇ ਗਏ, ਉਹ ਵੀ ਕੋਈ ਬਗਾਨੇ ਨਹੀਂ ਹੈਗੇ, ਅੰਦਰ ਉਹਨਾਂ ਦੇ ਵੀ ਸਪਿਰਿਟ ਜਿਹੜੀ ਹੈਗੀ ਹੈ, ਮਤਲਬ ਚੰਗੀ ਭਾਵਨਾ ਨਾਲ ਹੀ ਉਹਨਾਂ ਨੂੰ ਐਂ ਲੱਗਿਆ। ਮੈਂ ਤਾਂ ਅਕਸਰ ਵੀਰ ਜੀ ਬੇਨਤੀ ਕਰਦਾ, 3 ਧਿਰਾਂ ਬਣੀਆਂ ਸੀਗੀਆਂ, ਉਹਨਾਂ ਨੂੰ ਲੱਗਿਆ ਵੀ ਲਾਲ ਕਿਲੇ ਤੋਂ ਸੁਨੇਹਾ ਵੱਡਾ ਵਗ ਜੂਗਾ, ਇਸ ਕਰਕੇ ਉੱਥੇ ਚਲੇ ਗਏ। ਇੱਕ ਧਿਰ ਨੂੰ ਲੱਗਿਆ ਵੀ ਕੋਈ ਗੱਲ ਨਹੀਂ, ਆਪਾਂ ਨਿਰਧਾਰਤ ਰੂਟ ਤੇ ਰੋਸ ਜਤਾ ਲਓ, ਉਹ ਉਸ ਤਰ੍ਹਾਂ ਜਤਾਉਂਦੇ ਰਹੇ, ਤੇ ਇੱਕ ਧਿਰ ਰਿੰਗ ਰੋਡ ਚਲੀ ਗਈ। ਮਤਲਬ ਦੇਖੋ, ਕੋਈ ਗਦਾਰ ਨਹੀਂ ਇੱਥੇ, ਇੰਨੀ ਛੇਤੀ ਸਰਟੀਫਿਕੇਟ ਨਾ ਵੰਡੋ। ਇਹ ਤਾਂ ਹਜੇ ਸੰਘਰਸ਼ ਨੂੰ ਫਤਿਹ ਹੋ ਜਾਣ ਦਿਓ, ਉਸ ਤੋਂ ਬਾਅਦ ਪਤਾ ਲੱਗ ਜੂ ਗਦਾਰ ਕੌਣ, ਵਫਾਦਾਰ ਕੌਣ। ਜਿੰਨਾ ਚਿਰ ਸੰਘਰਸ਼ ਫਤਿਹ ਨਹੀਂ ਹੁੰਦਾ, ਅੰਤਮ ਪੜਾਅ ਤੱਕ ਨਹੀਂ ਪਹੁੰਚਦਾ, ਉਨਾ ਸਮਾਂ ਪਹਿਲਾਂ ਸਰਟੀਫਿਕੇਟ ਵੰਡਣ ਦੀ ਕਾਹਲੀ ਨਾ ਕਰਨ, ਤੇ ਅਸੀਂ ਇਕਮੁੱਠਤਾ ਵਾਲੀ ਗੱਲ ਹੈ ਜਿਹੜੀ ਉਹ ਰੱਖੀਏ। ਲੋੜ ਸੀ 26 ਜਨਵਰੀ ਤੋਂ ਬਾਅਦ ਦੇ ਵਿੱਚ ਜਦੋਂ ਇਹ ਸਾਰਾ ਘਟਨਾਕ੍ਰਮ ਵਾਪਰਿਆ ਸੀ, ਤੁਹਾਡਾ ਕੀ ਨਜ਼ਰੀਆ ਇਸ ਚੀਜ਼ ਦੀ ਜ਼ਰੂਰਤ ਸੀ ਵੀ ਸਟੇਜ ਦੇ ਉੱਪਰੋਂ ਐਲਾਨ ਕੀਤੇ ਜਾਂਦੇ ਵੀ ਹਾਂ ਅਸੀਂ ਸਾਰੇ ਇਕੱਠੇ ਹਾਂ? ਬਿਲਕੁਲ ਜੀ, ਇਸ ਚੀਜ਼ ਦੀ ਬਹੁਤ ਵੱਡੀ ਲੋੜ ਸੀ ਔਰ ਸਾਡੇ ਸਤਿਕਾਰਯੋਗ ਆਗੂਆਂ ਨੂੰ ਤੁਰੰਤ ਚਾਹੀਦਾ ਸੀ। ਉਹ ਕਹਿੰਦੇ ਵੀ ਉਹ ਸਾਡੇ ਆ ਭਾਈ। ਦੇਖੋ ਤੁਸੀਂ, ਉਹ ਜਜ਼ਬਾਤੀ ਹੋਏ ਨੌਜਵਾਨ, ਐਡਾ ਵੱਡਾ ਇਕੱਠ, ਕਿਤੇ ਹਿੰਸਾ ਨਹੀਂ ਉਹਨਾਂ ਨੇ ਕੀਤੀ। ਤੁਸੀਂ ਸਾਡੇ ਵੇਕਸੂਰ ਨੌਜਵਾਨ ਦੇ ਮਾਰ ਕੇ ਗੋਲੀ, ਹੀਰੇ ਵਰਗਾ ਨੌਜਵਾਨ ਨਵਰੀਤ ਸ਼ਹੀਦ ਕਰਤਾ, ਤੇ ਮਤਲਬ ਉਹ ਜਿਹੜੇ ਦੋਸ਼ੀ ਪੁਲਿਸ ਵਾਲੀਏ ਨੇ ਉਹਨਾਂ ਤੇ ਕਾਰਵਾਈ ਦੀ ਮੰਗ ਕਰਨੀ ਚਾਹੀਦੀ ਸੀ। ਪਰ ਸਾਡੇ ਕੁਝ ਸੱਜਣ ਦੂਜੇ ਪਾਸੇ ਚਲੇ ਗਏ, ਜਿਹਦੇ ਕਰਕੇ ਨੁਕਸਾਨ ਹੋਇਆ। ਪਰ ਹੁਣ ਸੰਭਲਣਗੇ, ਸਭ ਕੁਝ ਠੀਕ ਠਾਕ ਹੋਊਗਾ ਜੀ। ਸ਼ਹੀਦ ਦੀ ਗੱਲ ਕੀਤੀ ਹੈ, ਜਦੋਂ ਦਿੱਲੀ ਗੋਲੀ ਚੱਲੀ ਸੀ, ਵੀਰ ਜੀ ਸ਼ਹੀਦ ਹੁੰਦੇ ਨੇ, ਡਿਵਡਾਬਾਦ ਸਾਹਿਬ ਦੇ ਪੋਤਰੇ ਹੈ ਨਾ ਨਵਰੀਤ ਸਿੰਘ ਜੀ, ਤੇ ਇੰਜ ਨਹੀਂ ਚਾਹੀਦਾ ਸੀ ਵੀ ਉੱਥੇ ਹੀ ਬੈਠ ਜਾਣਾ ਚਾਹੀਦਾ ਸੀ ਸਾਰਿਆਂ ਨੂੰ ਉਸ ਟਾਈਮ? ਉਹ ਕਿਹਾ ਸੀਗਾ ਬਾਪੂ ਹਰਦੀਪ ਸਿੰਘ ਡਿਵਡਵਾ ਨੇ। ਤਾਂ ਦੇਖੋ, ਮੈਂ ਤਾਂ ਇਹਨਾਂ ਦਾ ਧੰਨ ਜਿਗਰਾ ਮੰਨਦਾ। ਮੈਨੂੰ ਲੱਗਦਾ ਵੀ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਇਹ ਸ਼ਬਦ ਨਹੀਂ ਵੀਰ ਜੀ ਨਿਕਲ ਸਕਦੇ। ਵੇਖੋ, ਆਪਾਂ ਸਾਰੇ ਪਰਿਵਾਰਾਂ ਵਾਲੇ ਆਪਣੇ ਤੇ ਲਾ ਕੇ ਵੇਖੀਏ ਕਿ ਘਰ ਦੇ ਇੱਕ ਨੌਜਵਾਨ ਦੀ ਲਾਸ਼ ਪਈ ਹੋਵੇ, ਤੇ ਇਹ ਬਜ਼ੁਰਗ ਬਾਪੂ ਜਿਹੜਾ ਮਤਲਬ 70 ਸਾਲ ਦਾ ਬਜ਼ੁਰਗ, ਉਹ ਕਹਿ ਰਿਹਾ ਵੀ ਇਹ ਹੁਣ ਸਾਡੀ ਪ੍ਰਾਪਰਟੀ ਨਹੀਂ ਰਿਹਾ। ਕਿੰਨੇ ਸਦਰਾਂ ਨਾਲ ਤੁਸੀਂ ਬੱਚੇ ਨੂੰ ਪਾਲਦੇ ਹੋ, ਪਾਲਣ ਪੋਸ਼ਣ ਕਰਦੇ ਹੋ, ਤੇ ਮਤਲਬ ਹੁਣ ਅੱਜ ਨੌਜਵਾਨ ਭਰਾ ਜਿਹੜੇ ਆਏ ਆ, ਘਰ ਦੇ ਮਾਪਿਆਂ ਨੇ ਕਹਿ ਕੇ ਤੋਰੇ ਹੋਣੇ ਨਾ, ਪੁੱਤ ਠੀਕ ਠਾਕ ਰਹੋ, ਚੜ੍ਹਦੀ ਕਲਾ 'ਚ ਰਹੋ, ਕਿੰਨੀਆਂ ਟੈਨਸ਼ਨ ਹੁੰਦੀਆਂ। ਇੱਕ ਨੌਜਵਾਨ ਪੁੱਤ ਦੀ ਲਾਸ਼ ਪਈ ਸੀ, ਤੇ ਉਹਦਾ ਦਾਦਾ ਇਹ ਕਹਿ ਰਿਹਾ ਹੋਵੇ ਕਿਸਾਨਾਂ ਦੇ ਮਤਲਬ ਆਗੂਆਂ ਨੂੰ, ਬਈ ਤੁਸੀਂ ਇਹ ਸਾਡੀ ਪ੍ਰਾਪਰਟੀ ਨਹੀਂ ਰਿਹਾ, ਹੁਣ ਤੁਸੀਂ ਵੇਖ ਲਓ ਇਸ ਸ਼ਹੀਦ ਨਵਰੀਤ ਸਿੰਘ ਦਾ ਕੀ ਕਰਨਾ ਹੈ, ਇਹ ਤੁਹਾਡੀ ਪ੍ਰਾਪਰਟੀ ਹੈ। ਪਰ ਸਾਡੇ ਕਿਸਾਨ ਆਗੂ ਉਸ ਵਕਤ ਨਹੀਂ ਸੰਭਲ ਸਕੇ, ਤੇ ਉਹਨਾਂ ਨੇ ਕਾਫੀ ਲੇਟ ਆ ਕੇ ਇਸ ਸ਼ਹਾਦਤ ਨੂੰ ਕਬੂਲ ਕੀਤਾ। ਫਿਰ ਵੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਪ੍ਰਵਾਨ ਕੀਤੀ ਗੱਲ, ਤੇ ਪਿਛਲੀਆਂ ਗਲਤੀਆਂ ਤੋਂ ਸੇਧ ਲੈ ਕੇ ਜਿਹੜਾ ਉਹਨਾਂ ਨੂੰ ਹੁਣ ਠੀਕ ਢੰਗ ਨਾਲ ਚੱਲਣਾ ਚਾਹੀਦਾ। ਤੇ ਜਿਹੜਾ ਥਿੰਕ ਟੈਂਕ ਹੈ, ਬੁੱਧੀਜੀਵੀ ਵਰਗ ਹੈ, ਉਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ। ਦੇਖੋ, ਕਿਉਂਕਿ ਉਹਨਾਂ ਨੂੰ ਤਾਂ ਆਪਣੇ ਆਪ ਨੂੰ ਟਾਈਮ ਹੀ ਨਹੀਂ ਲੱਗਦਾ ਹੁਣ ਆਗੂਆਂ ਨੂੰ ਵੀ ਕੀ ਗੱਲ ਹੈ, ਕੀ ਸਮਝਣਾ। ਇੱਕ ਥਿੰਕ ਟੈਂਕ ਹੁੰਦਾ, ਜ਼ਿੰਮੇਵਾਰ ਹੁੰਦੇ ਨੇ, ਬੁੱਧੀਜੀਵੀ ਵਰਗ ਹੁੰਦਾ, ਉਹਨਾਂ ਨਾਲ ਰਾਬਤਾ ਜ਼ਰੂਰ ਰੱਖਣਾ ਚਾਹੀਦਾ। ਤੇ ਬਹੁਤ ਸਿਆਣੇ ਬੰਦੇ ਪੰਜਾਬ ਦੇ ਵਿੱਚ ਬੈਠੇ ਨੇ, ਤੁਹਾਡੇ ਵੀ ਨਿਗਾਹ 'ਚ ਨੇ, ਮੇਰੇ ਵੀ ਨਿਗਾਹ 'ਚ ਨੇ, ਉਹਨਾਂ ਤੋਂ ਪੂਰਾ ਲਾਹਾ ਲੈਣਾ ਚਾਹੀਦਾ, ਉਹਨਾਂ ਦੀ ਸਿਆਣਪ ਦਾ, ਉਹਨਾਂ ਦੀ ਸੂਝ-ਬੂਝ ਦਾ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਦੀਪ ਸਿੱਧੂ ਨੂੰ ਮਿਲ ਕੇ ਆਇਆ ਨੌਜਵਾਨ, ਉਹਨੇ ਸਾਰੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਰੱਖੀਆਂ ਨੇ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ?
ਉਹ ਮੈਂ ਵੀਡੀਓ ਵਾਇਰਲ ਜ਼ਰੂਰ ਹੋ ਰਹੀ ਹੈ, ਪਰ ਮਾਫੀ ਚਾਹੁੰਦਾ, ਮੈਂ ਨਾ ਇੱਧਰ ਥੋੜਾ ਤਿਆਰੀਆਂ 'ਚ ਲੱਗਿਆ ਸੀ, ਮੈਂ ਸੁਣ ਨਹੀਂ ਸਕਿਆ। ਮੈਂ ਇਹ ਜ਼ਰੂਰ ਕਹਿਣਾ ਵੀ ਦੇਖੋ ਦੀਪ ਸਿੱਧੂ ਵੀ ਹੈ, ਜੇ ਉਹ ਮਤਲਬ ਜਦੋਂ ਉਸ ਬੰਦੇ ਨੇ ਉੱਥੇ ਕੁਝ ਗਲਤ ਕੀਤਾ ਹੀ ਨਹੀਂ ਤੇ ਦੀਪ ਸਿੱਧੂ ਵੀ ਬਿਨਾਂ ਸ਼ਰਤ ਰਿਹਾ ਹੋਣਾ ਚਾਹੀਦਾ। ਸਾਰੇ ਨੌਜਵਾਨ ਬਿਨਾਂ ਸ਼ਰਤ ਰਿਹਾ ਕੀਤੇ ਜਾਣੇ ਚਾਹੀਦੇ ਨੇ ਸਰਕਾਰ ਵੱਲੋਂ। ਸਾਡੇ ਤਾਂ ਗੱਲ ਇਹ ਚੱਲਦੀ ਹੈ ਕਿ ਬੰਦੀ ਸਿੰਘ ਜਿਹੜੇ ਪਹਿਲਾਂ ਨੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ, ਪਰ ਉਹਨਾਂ ਨੂੰ ਰਿਹਾ ਕਰਨ ਦੀ ਥਾਂ ਤੇ ਮੋਦੀ ਇਹ ਬਹਾਨੇ ਨਾਲ ਦੁਬਾਰਾ ਫਿਰ ਜਿਹੜਾ ਹੈਗਾ ਬੰਦਿਆਂ ਨੂੰ ਸਾਡਿਆਂ ਨੂੰ ਜ਼ਬਰਦਸਤੀ ਸੁੱਟ ਰਿਹਾ, ਝੂਠੇ ਪਰਚੇ ਪਾ ਰਿਹਾ। ਇਹ ਬਿਲਕੁਲ ਗਲਤ ਹੈ। ਮਤਲਬ ਇਹ ਸਾਨੂੰ ਪਤਾ ਨਹੀਂ ਕਿਹੜੇ ਪਾਸੇ, ਮੈਨੂੰ ਤਾਂ ਐਂ ਲੱਗਣ ਲੱਗ ਪਿਆ ਦੇਖੋ ਕਿੰਨੇ ਪੀਸਫੁਲੀ ਐਡਾ ਵੱਡਾ ਅੰਦੋਲਨ, ਲੱਖਾਂ ਲੋਕ ਜੁੜੇ ਹੋਏ ਨੇ, ਇਹਦੇ ਬਾਵਜੂਦ ਪੀਸਫੁਲੀ ਸਾਰਾ ਚੱਲ ਰਿਹਾ, ਇਹਦੇ ਬਾਵਜੂਦ ਮੋਦੀ ਗੱਲ ਨਹੀਂ ਸੁਣ ਰਿਹਾ, ਬਾਰ-ਬਾਰ ਇਦਾਂ। ਮਤਲਬ ਮੈਨੂੰ ਲੱਗਦਾ ਵੀ ਉਹ ਸਾਨੂੰ ਕਿਸੇ, ਇਹ ਸਾਡੇ ਨੌਜਵਾਨਾਂ ਨੂੰ ਬਹੁਤ ਸਾਵਧਾਨੀ ਰੱਖਣੀ ਪਊ। ਐਂ ਲੱਗ ਰਿਹਾ ਜਿਵੇਂ ਮੋਦੀ ਸਾਨੂੰ ਕਿਸੇ ਹੋਰ ਰਾਹ ਤੇ ਤੋਰਨਾ ਚਾਹੁੰਦਾ ਹੈ, ਤੇ ਅਸੀਂ ਉਹ ਰਾਹ ਤੁਰਨਾ ਨਹੀਂ। ਅਸੀਂ ਪੀਸਫੁਲੀ ਰਹਿ ਕੇ ਜਿਹੜਾ ਕੰਮ ਹੈ ਸੋਹਣੇ ਢੰਗ ਨਾਲ ਇਹ ਮੋਰਚਾ ਜਿੱਤਣਾ ਹੈ। ਪਹਿਲੇ ਦਿਨ ਤੋਂ ਕਿਹਾ ਜਾ ਰਿਹਾ ਹੈ ਵੀ ਸਰਕਾਰ ਡਗਮਗਾਈ ਹੋਈ ਹੈ, ਡੋਲੀ ਹੋਈ ਹੈ। ਲੱਗਦਾ ਹੈ ਤੁਹਾਨੂੰ ਵੀ ਸਰਕਾਰਾਂ ਦੇ ਵਿੱਚ ਆਪਸੀ ਤਾਲਮੇਲ ਜਿਹੜਾ ਹੈਗਾ ਉਹ ਨਹੀਂ ਰਿਹਾ ਪਹਿਲਾਂ ਵਾਲਾ? ਦੇਖੋ ਜੀ, ਸਰਕਾਰ ਤਾਂ ਬਿਲਕੁਲ ਡੋਲੀ ਹੋਈ ਹੈ, ਤਾਂ ਕੋਈ ਸ਼ੱਕ ਨਹੀਂ। ਜਿਵੇਂ ਰਾਜਨਾਥ ਦੇ ਹੁਣ ਬਿਆਨ ਆਉਣ ਲੱਗੇ ਨੇ ਵੀ ਗੱਲ ਸੁਣਨੀ ਚਾਹੀਦੀ ਹੈ, ਇਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ। ਸਰਕਾਰ ਬਿਲਕੁਲ ਡੋਲੀ ਹੋਈ ਹੈ ਤੇ ਇਹ ਸਰਕਾਰ ਦੀ ਨੂੰ ਜਿਹੜਾ ਪਿੱਛੇ ਮੁੜਨਾ ਹੀ ਪੈਣਾ ਹੈ। ਇਹ ਦੇਸ਼ ਦੇ ਭਲੇ ਲਈ, ਇਹ 'ਚ ਕੋਈ ਹਉਮੈ ਵਾਲੀ ਗੱਲ ਨਹੀਂ। ਦੇਸ਼ ਦੇ ਭਲੇ ਲਈ ਤੁਸੀਂ ਵੇਖੋ ਵੀ ਇਹ ਕਿਸਾਨ ਹੈ, ਕਿਸਾਨ ਤੋਂ ਬਿਨਾਂ ਕੋਈ ਵੀ ਸਮਾਜ ਸੁਰੱਖਿਅਤ ਨਹੀਂ। ਜੇ ਕਿਸਾਨ ਦੀ ਗੱਲ ਨਹੀਂ ਸੁਣੋਗੇ, ਮਤਲਬ ਕਿਸਾਨ ਲਈ ਅੰਨਦਾਤਾ ਲਫ਼ਜ਼ ਐਵੇਂ ਤਾਂ ਨਹੀਂ ਵਰਤਿਆ ਜਾਣ ਲੱਗਿਆ। ਜਦੋਂ ਦੇਸ਼ ਝੂਠਾ ਲੈ ਕੇ ਮੰਗਦਾ ਸੀਗਾ, ਪੂਰੀ ਦੁਨੀਆ ਦੇ ਵਿੱਚ ਮੰਗ ਰਹੇ ਸੀ ਦਾਣੇ ਪਾ ਦਿਓ, ਖੈਰ ਪਾ ਦਿਓ, ਭੁੱਖੇ ਮਰ ਗਏ, ਉਦੋਂ ਇਹਨਾਂ ਪੰਜਾਬ ਦੇ ਅਣਖੀ ਬਹਾਦਰ ਲੋਕਾਂ ਨੇ ਆਪਣੀ ਜ਼ਮੀਨ ਦੀ ਪਰਵਾਹ ਨਹੀਂ ਕੀਤੀ, ਜਿਹੜਾ ਫਸਲਾਂ ਪੈਦਾ ਕਰਕੇ ਦਿੱਤੀਆਂ ਮੁਲਕ ਨੂੰ। ਤੇ ਹੁਣ ਤੁਸੀਂ ਉਹਨਾਂ ਨੂੰ ਗਲਗੂਠਾ ਦੇਣ ਲੱਗੇ ਪਏ ਹੋ। ਹਾਲਾਤ ਸਾਡੇ ਪਹਿਲਾਂ ਵੀ ਮਾੜੇ ਨੇ। ਅਸੀਂ ਤਾਂ ਪਹਿਲਾਂ 24 ਘੰਟਿਆਂ 'ਚ 47 ਖੁਦਕੁਸ਼ੀਆਂ ਕਿਸਾਨ ਪਹਿਲਾਂ ਹੀ ਕਰ ਰਹੇ ਨੇ। ਤਾਂ ਚਾਹੀਦਾ ਤਾਂ ਇਹ ਸੀ ਉਹ ਮਾਹੌਲ ਨੂੰ ਸੁਧਾਰਨਾ, ਪਰ ਇਹ ਹੋਰ ਵਿਗਾੜਨ ਵਾਲੇ ਪਾਸੇ ਲੱਗੇ ਨੇ ਤੇ ਕਾਮਯਾਬ ਨਹੀਂ ਹੋਣਗੇ। ਗੁਰੂ ਕਿਰਪਾ ਕਰੂ, ਕਿਰਤੀਆਂ ਦੀ ਜਿੱਤ ਹੋਊਗੀ ਜੀ। ਨੌਜਵਾਨ ਫੜੇ ਜਾਂਦੇ ਨੇ, ਮਨਜਿੰਦਰ ਸਿੰਘ ਦੀ ਸਰਸਾ ਜਿਹੜੇ ਉਹਨਾਂ ਨੂੰ ਛਡਵਾ ਰਹੇ ਨੇ, ਅਜੇ ਤੱਕ ਮੁੱਖ ਭੂਮਿਕਾ ਨਿਭਾ ਰਹੇ ਨੇ, ਸੋਸ਼ਲ ਮੀਡੀਆ ਦੇ ਉੱਪਰ ਛਾਏ ਹੋਏ ਨਜ਼ਰੀ ਪੈ ਰਹੇ ਨੇ। ਕੀ ਕਹਿਣਾ ਚਾਹੁੰਦੇ ਉਹਨਾਂ ਬਾਰੇ? ਚੰਗੀ ਗੱਲ ਹੈ ਜੀ। ਦੇਖੋ ਕੋਈ ਵੀ ਬੰਦਾ ਜਿਹੜਾ ਚੰਗਾ ਕਰ ਰਿਹਾ ਉਹਨੂੰ ਆਪਾਂ ਚੰਗਾ ਹੀ ਕਹਾਂਗੇ। ਇਹ ਨਹੀਂ ਵੀ ਵਿਰੋਧਤਾ ਹੈ ਮੇਰੀ ਵੀ ਬਹੁਤ, ਮੈਂ ਉਹਨਾਂ ਨੂੰ ਸਿਧਾਂਤਕ ਤੌਰ ਤੇ ਜਾਂ ਹੋਰ ਮਸਲਿਆਂ ਤੇ ਮੈਂ ਬਹੁਤ ਸਵਾਲ ਕਰਦਾ, ਬਾਦਲਕਿਆਂ ਦੇ ਗਰੁੱਪ ਤੇ ਕਰਦਾ, ਐਸਜੀਪੀਸੀ ਦੇ ਕਰਦਾ, ਦਿੱਲੀ ਕਮੇਟੀ ਦੇ ਕਰਦਾ, ਪਰ ਜਿਹੜਾ ਕੋਈ ਚੰਗਾ ਕਰ ਰਿਹਾ ਉਹਨੂੰ ਚੰਗਾ ਹੀ ਕਹਿਣਾ ਚਾਹੂਗਾ। ਉਹਨਾਂ ਦਾ ਇਹ ਉਪਰਾਲਾ ਬਹੁਤ ਚੰਗਾ ਹੈ ਤੇ ਬਾਕੀਆਂ ਨੂੰ ਵੀ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ। ਅੱਗੇ ਵੱਧਦਾ ਜਾ ਰਿਹਾ ਹੈ ਕਾਫਲਾ, ਜਿਹੜੇ ਅੱਗੇ ਨੌਜਵਾਨ ਖੜੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਜਿਹੜੇ ਨਹੀਂ ਵੀ ਪਹੁੰਚੇ, ਕੋਈ ਮਜਬੂਰੀਆਂ ਬਣ ਗਈਆਂ, ਉਹਨਾਂ ਨੂੰ ਕੀ ਸੁਨੇਹਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪਹੁੰਚਣ? ਦੇਖੋ ਜੀ, ਇੱਕ ਤਾਂ ਸਾਨੂੰ ਸਾਰਿਆਂ ਨੂੰ ਵਾਰਡਰਾਂ ਤੇ ਵੱਡੀ ਗਿਣਤੀ ਆਪਣੀ ਵਧਾਉਣੀ ਪਊਗੀ ਜਿਉਂਦੀ ਤਿਉਂ, ਤੇ ਦੂਜਾ ਮੈਂ ਇਹੀ ਬੇਨਤੀ ਕਰਦਾ ਕਿ ਸੋਸ਼ਲ ਮੀਡੀਆ ਤੇ ਕਿਸੇ ਵੀ ਆਪਣੇ ਗਰੁੱਪ ਜਿਹੜਾ ਹੈਗਾ ਖੱਬੇ ਪੱਖੀ ਜੀ, ਸੱਜੇ ਪੱਖੀ, ਧਾਰਮਿਕ ਇਮਕਾ ਤਿਮਕਾ, ਇਹ ਬੰਦ ਕਰੋ। ਸਾਰੇ ਆਪਾਂ ਇੱਕਾਂ ਇਨਸਾਨ ਆ। ਜਦੋਂ ਅਸੀਂ ਗੁਰੂ ਦੀ ਬਾਣੀ ਪੜਾਂਗੇ ਸਾਨੂੰ ਸਮਝ ਆਊਗੀ ਬੰਦੋ ਹੋਏ ਬੰਦਗੀ ਗਏ, ਅਸੀਂ ਬੰਦੇ ਬਣੀਏ, ਬੰਦੇ ਦੇ ਪੁੱਤ ਬਣ ਕੇ ਅੰਦੋਲਨ ਨੂੰ ਚੜ੍ਹਦੀ ਕਲਾ ਵਿੱਚ ਕਿਵੇਂ ਲੈ ਕੇ ਜਾਣਾ, ਇਹਦੇ ਉੱਤੇ ਆਪਾਂ ਧਿਆਨ ਫੋਕਸ ਕਰੀਏ। ਇੱਕ ਦੂਜੇ ਨੂੰ ਨੀਵਾਂ ਦਿਖਾ ਕੇ ਕੁਝ ਨਹੀਂ ਮਿਲਣਾ, ਚੌਧਰਾਂ ਹੀ ਪੱਲੇ ਰਹਿ ਜਾਣੀਆਂ ਤੇ ਇਹ ਚੌਧਰਾਂ ਫਿਰ ਸਾਰਿਆਂ ਨੂੰ ਉੱਥੇ ਨਾ ਡੱਬਾ ਚੱਕ ਕੇ ਜਾਣਾ ਪਿਆ ਕਰੂਗਾ, ਉੱਥੇ ਦਿਹਾੜੀ ਕਰਨ, ਫਿਰ ਠੀਕ ਨਹੀਂ ਆਉਣਾ ਕੰਮ, ਤੁਹਾਨੂੰ ਮੁਸ਼ਕਲ ਬਹੁਤ ਹੋ ਜਾਊਗੀ। ਇਸ ਲਈ ਸਾਡੇ ਜਿਹੜੇ ਮਜ਼ਦੂਰ ਵਰਗ ਹੈ, ਨਾਲ ਮਜ਼ਦੂਰ ਲਫ਼ਜ਼ ਵੀ ਅਸੀਂ ਹੁਣ ਵਰਤਦੇ ਹਾਂ, ਪਹਿਲਾਂ ਸਾਂਝੀ ਕਹਿੰਦੇ ਸੀ, ਉਸ ਵਰਗ ਦਾ ਵੀ ਪੂਰਾ ਮਾਣ ਸਨਮਾਨ ਕਰੋ। ਸਾਰੇ ਅਸੀਂ ਇਕਮੁੱਠ ਹੋ ਕੇ ਜਿਹੜਾ ਲੜਾਈ ਲੜੀਏ, ਇੱਕ ਦੂਜੇ ਖਿਲਾਫ ਨਾ ਬੋਲੀਏ ਜੀ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਹਰਜਿੰਦਰ ਸਿੰਘ ਜੀ ਮਾਝੀ।